ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਵਿਧਾਨ ਸਭਾ ਤੋਂ। ਅਕਸਰ ਹੀ ਜਦੋਂ ਤੁਸੀਂ ਚਰਚਾ ਕਰਦੇ ਆ ਵਿਧਾਨ ਸਭਾ, ਰਾਜ ਸਭਾ, ਲੋਕ ਸਭਾ ਦੇ ਬਾਰੇ, ਤਾਂ ਆਪਾਂ ਅਕਸਰ ਇਹ ਗੱਲ ਕਹਿੰਦੇ ਕਿ ਲੋਕਾਂ ਦੀ ਕਿਸਮਤ ਲਿਖਣ ਨੂੰ ਨੇ। ਇਹ ਲੋਕਾਂ ਦੀ ਨਵੀਆਂ ਇਬਾਰਤਾਂ ਲਿਖਣ ਨੂੰ ਹੈ ਕਿ ਇੱਥੋਂ ਤੈਅ ਹੁੰਦਾ ਕਿ ਲੋਕਾਂ ਦੇ ਨਾਲ ਕੀ ਵਾਪਰੂਗਾ, ਕੀ ਉਹਨਾਂ ਨੂੰ ਮਿਲੂਗਾ। ਪਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਉੱਥੇ ਲਲਕਾਰੇ ਵੱਜ ਰਹੇ ਨੇ। ਇਹ ਕੋਈ ਬਰਾਤ ਹੈ, ਇਹ ਕੋਈ ਡੀਜੇ ਹੈ ਜਿਹੜੇ ਲਲਕਾਰੇ ਵੱਜ ਰਹੇ ਨੇ ਜੀ? ਜੀ ਅਫਸੋਸਜਨਕ ਦਿਨ ਸੀ ਕੱਲ ਸਾਡੇ ਲਈ ਜੀ। ਕਿ ਮਜ਼ਦੂਰ ਦਿਵਸ ਦੀ ਆੜ ਚ ਬੁਲਾਏ ਗਏ ਸੈਸ਼ਨ ਚ ਸ਼ਰਾਬ ਦੀ ਗੂੰਜ ਪਵੇ, ਸਹੀ ਹੈ, ਸ਼ਰਾਬ ਦੀ ਚਰਚਾ ਹੋਵੇ। ਜੀ ਜੀ। ਪੰਜਾਬ ਵਿਧਾਨ ਸਭਾ ਦਾ ਉਹ ਪਵਿੱਤਰ ਸਦਨ ਜਿੱਥੇ ਅਸੀਂ ਆਪਣੇ ਪੰਜਾਬ ਦਾ ਭਵਿੱਖ ਘੜਨ ਦੇ ਲਈ 117 ਨੁਮਾਇੰਦੇ ਚੁਣ ਕੇ ਭੇਜਦੇ ਹਾਂ ਜੀ ਜੀ, ਸਹੀ ਹੈ ਕਿ ਇਹ ਸਾਡਾ ਸਿਰ ਕੱਜਣਗੇ। ਉਹ 117 ਮੈਂਬਰਾਂ ਦੇ ਮੁਖੀ ਦੇ ਉੱਤੇ ਇਹ ਉਂਗਲ ਉੱਠੇ ਕਿ ਸ਼ਰਾਬ ਪੀ ਕੇ ਆਇਆ, ਇਹ ਤੋਂ ਮਾੜਾ ਪਲ ਕੀ ਹੋ ਸਕਦਾ ਹੈ। ਸਹੀ ਹੈ। ਔਰ ਜੇ ਕੋਈ ਕਿਸੇ ਤੇ ਉਂਗਲ ਚੱਕਦਾ ਹੈ ਤੇ ਸਾਹਮਣੇ ਵਾਲਾ ਜਵਾਬ ਦੇਣ ਦੀ ਬਜਾਏ ਮੌਕੇ ਤੋਂ ਖਿਸਕਦਾ ਹੈ ਤੇ ਕੀ ਮਤਲਬ, ਤੇ ਫਿਰ ਇਹ ਗੱਲ ਦਮ ਭਰਦੀ ਹੈ ਕਿ ਇਹਦਾ ਮਤਲਬ ਦਾਲ ਚ ਕਾਲਾ ਨਹੀਂ, ਦਾਲੇ ਕਾਲੀ ਹੈ। ਸਹੀ ਹੈ। ਕੱਲ ਜਿੱਦਾਂ ਹੀ ਇਹ ਸੈਸ਼ਨ ਸ਼ੁਰੂ ਹੋਇਆ, ਵਿਸ਼ੇਸ਼ ਸੈਸ਼ਨ ਸੀ ਜੀ ਜੀ, ਮਜ਼ਦੂਰ ਦਿਵਸ ਦੇ ਨਾਂ ਦੇ ਉੱਤੇ, ਮਜ਼ਦੂਰਾਂ ਦੇ ਹੱਕ ਦੇ ਲਈ ਨਾਂ ਦੇ ਉੱਤੇ ਬੁਲਾਇਆ ਗਿਆ ਸੈਸ਼ਨ। ਇਹ ਨਿੱਜੀ ਹਿੱਤਾਂ ਨੂੰ ਧਿਆਨ ਚ ਰੱਖ ਕੇ ਬੁਲਾਇਆ ਗਿਆ ਸੀ, ਪਰ ਪੁੱਠੀ ਪੈ ਗਈ ਬਾਜੀ ਕਰ। ਬੇਸ਼ੱਕ ਠੀਕ ਹੈ, ਤੁਸੀਂ ਮੀਡੀਆ ਮੈਨੇਜਮੈਂਟ ਦੇ ਮਾਹਰ ਹੋ, ਅਖਬਾਰਾਂ ਦੀਆਂ ਸੁਰਖੀਆਂ ਤੁਸੀਂ ਬਦਲਾ ਲੀਆਂ, ਚੈਨਲਾਂ ਦੇ ਉੱਤੇ ਚੱਲਣ ਨਹੀਂ ਦਿੱਤੀ ਫੁਟੇਜ, ਹੈ ਨਾ, ਪਰ ਕਿੱਥੇ ਰੋਕ ਲਓਗੇ ਅੱਜ ਦੇ ਟਾਈਮ 'ਚ ਇਹ ਪਸਾਰਾ। ਸਹੀ ਹੈ। ਜੱਗ ਜਾ ਰਿਹਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ ਜਾਂ ਭਾਰਤ ਦੇ ਹੋਰ ਸਾਰੇ ਸੂਬਿਆਂ ਦੇ ਰਾਜਨੀਤਿਕ ਖੇਤਰ, ਉਹ ਸਾਰੇ ਤੱਕ ਰਹੇ ਨੇ ਪੰਜਾਬ ਕੰਨੀ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕੀ ਜਲੂਸ ਨਿਕਲ ਰਿਹਾ। ਸਹੀ ਹੈ, ਬਿਲਕੁਲ। ਕੱਲ ਜਿੱਦਾਂ ਹੀ ਸੈਸ਼ਨ ਸ਼ੁਰੂ ਹੋਇਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹਿਜ ਨਜ਼ਰ ਨਹੀਂ ਆਏ। ਠੀਕ ਹੈ। ਉਹਨਾਂ ਦਾ ਵਿਵਹਾਰ, ਉਹਨਾਂ ਦਾ ਢੰਗ ਤਰੀਕਾ ਉਖੜਿਆ ਜਿਹਾ ਸੀ। ਉਹਨਾਂ ਦੇ ਅੰਦਰ ਕੋਈ ਅਚੋਕਾਈ ਜੀ ਲੱਗੀ ਸੀ, ਉਹ ਟਿੱਕੇ ਨਹੀਂ ਬਹਿ ਪਾ ਰਹੇ ਸੀ। ਕਦੇ ਉੱਠ ਖੜਦੇ ਸੀ, ਕਦੇ ਬਹਿ ਜਾਂਦੇ ਸੀ, ਕਦੇ ਸਾਹਮਣੇ ਵਾਲੇ ਨੂੰ ਮਿੱਠਾ ਜਿਹਾ ਤੰਜ ਕੱਸਣ ਲੱਗ ਜਾਂਦੇ ਸੀ, ਜਿਵੇਂ ਉਹ ਭੰਗ ਦੇ ਪਕੌੜੇ ਖਾਣ ਵਾਲੇ ਲੱਗ ਜਾਂਦੇ ਨੇ ਕਈ ਵਾਰ ਕਰਨ, ਹੈ ਨਾ, ਉਵੇਂ ਜੀ, ਮਤਲਬ ਟਿਕਾ ਜਿਹਾ ਨਹੀਂ ਸੀ। ਪਰ ਉਹ ਪੁਰਾਣਾ ਤਰੀਕਾ ਵੀ ਨਹੀਂ ਸੀਗਾ ਜਿਹੜਾ ਉਹਨਾਂ ਦਾ ਵਿਅੰਗਮਈ ਤਰੀਕਾ ਹੈ, ਬੋਲਣ ਦਾ ਅੰਦਾਜ਼ ਹੈ, ਉਹ ਵੀ ਨਹੀਂ ਸੀ ਜੀ, ਹੈ ਨਾ। ਆਹ ਦੇ ਦਿਓ ਜੀ ਇਹਨਾਂ ਨੂੰ ਜੀ 18 ਮਿੰਟ ਦੇ ਦਿਓ ਜੀ, 20 ਮਿੰਟ ਦੇ ਦਿਓ ਜੀ, ਹੈ ਨਾ, ਤੂੰ ਐ ਬੋਲਦਾ ਐ, ਤੂੰ ਤਾਂ ਮੇਰੀ ਕੁੜੀ ਬਾਰੇ ਵੀ ਬੋਲਿਆ। ਮਤਲਬ ਕਦੇ ਨਰਮ ਜਿਹਾ ਹੋ ਜਾਂਦੇ ਸੀ, ਕਦੇ ਗਰਮ ਜਿਹਾ ਹੋ ਜਾਂਦੇ ਸੀ, ਕਦੇ ਸਪੀਕਰ ਨੂੰ ਉਹ ਯਾਰ ਦੇਖ ਲਓ ਕੀ ਕਹੀ ਜਾਂਦਾ, ਯਾਰ ਸੁਣ ਲਓ ਕੀ ਕਹੀ ਜਾਂਦਾ। ਮਤਲਬ ਇਹ ਭਾਸ਼ਾ ਸਪੀਕਰ ਸਰ ਕਹਿ ਰਿਹਾ ਸੀ। ਹੁਣ ਹੋ ਸਕਦਾ ਹੈ ਕਿ ਪਿੱਛੇ ਜਿਹੜੇ ਬੈਠੇ ਨੇ ਉੱਧਰ ਨੂੰ ਕੋਈ ਹਵਾੜ ਹੂੜ ਨਾ ਗਈ ਹੋਵੇ, ਸਾਹਮਣੇ ਵਾਲੇ ਨੂੰ ਚੱਲ ਗਈ ਹੋਵੇ, ਕਿਉਂਕਿ ਪਹਿਲੀ ਵਾਰ ਨਹੀਂ ਹੈ ਜੀ। ਚਾਹੇ ਉਹ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਹੋਏ ਇਕੱਠ ਦੇ ਪਹਿਲੂ ਦੇ ਉੱਤੇ ਘਟਨਾ ਹੋਵੇ, ਚਾਹੇ ਉਹ ਜਹਾਜ਼ ਚੋਂ ਉਤਰਨ ਵਾਲੀ ਗਿਰਨ ਵਾਲੀ ਘਟਨਾ ਹੋਵੇ, ਚਾਹੇ ਉਹ ਸਟੇਜ ਤੋਂ ਉਤਰਦੇ ਚੜ੍ਹਦਿਆਂ ਦੀਆਂ ਤਸਵੀਰਾਂ ਹੋਣ, ਚਾਹੇ ਉਹ ਇੱਕ ਅਲੰਤੇ ਮੌਲ, ਸ਼ਾਇਦ ਪਤਾ ਨਹੀਂ ਕਿਹੜੇ ਮੌਲ 'ਚ, ਉਹ 'ਚ ਡਿੱਗਣ ਜਿਹੀ ਵਾਲੀਆਂ ਵੀਡੀਓ ਹੋਣ, ਹੈ ਨਾ, ਤੇ ਚਾਹੇ ਇਹ ਸੰਸਦ ਦੇ ਵਿੱਚ ਨਾਲ ਦੇ ਮੈਂਬਰਾਂ ਵੱਲੋਂ ਕੀਤੀ ਸ਼ਿਕਾਇਤ ਹੋਵੇ, ਸਹੀ ਹੈ, ਤੇ ਚਾਹੇ ਕੱਲ੍ਹ ਦਾ ਦਿਨ ਹੋਵੇ, ਇੱਕੋ ਚੀਜ਼ ਦਾ ਦੋਸ਼ ਲੱਗਦਾ ਤੇ ਇੱਕੋ ਵਿਅਕਤੀ ਤੇ ਲੱਗਦਾ। ਸਾਰੀਆਂ ਘਟਨਾਵਾਂ ਇੱਕ ਬੰਦੇ ਨਾਲ ਜੁੜ ਕੇ ਨੇ ਕਿ ਭਗਵੰਤ ਮਾਨ ਨੇ ਪੀਤੀ ਹੈ ਜੀ, ਭਗਵੰਤ ਮਾਨ ਕੋਲੋਂ ਮੁਸਕ ਆਉਂਦੀ ਹੈ ਜੀ, ਭਗਵੰਤ ਮਾਨ ਡਿੱਗ ਗਿਆ ਜੀ, ਭਗਵੰਤ ਮਾਨ ਕਹਿੰਦਾ ਮੈਂ ਤਾਂ ਪੀਤੇ ਬਣ ਰਿਹਾ ਸੀ ਜੀ, ਮੈਂ ਟੇਢਾ ਮੇਢਾ ਤੁਰਦਾ ਜੀ, ਮੇਰੇ ਤੇ ਨਜ਼ਰ ਰੱਖਦਾ ਜੀ। ਮਤਲਬ ਕੁੱਲ ਮਿਲਾ ਕੇ ਜੀ ਖਹਿਰਾ ਤੇ ਬਾਜਵਾ ਨਾਲ ਕੱਲ ਚੰਗੇ ਸਿੰਘ ਫਸੇ ਜੀ ਜੀ। ਉਹ ਸਿੰਘ ਫਸਿਆਂ ਦੇ ਵਿੱਚੋਂ ਸਾਹਮਣੇ ਤੋਂ ਸੁਖਪਾਲ ਖਹਿਰਾ ਨੇ ਉੱਠ ਕੇ ਜਦੋਂ ਸਪੀਕਰ ਸਾਹਿਬ ਨੂੰ ਕਿਹਾ ਕਿ ਜੀ ਅਲਕੋਹਲ ਜਾਂਚ ਕਰਾਓ, ਮੁੱਖ ਮੰਤਰੀ ਪੀ ਕੇ ਆਇਆ, ਤਾਂ ਇਹ ਪੰਜਾਬ ਦੇ ਲਈ ਗਰਕ ਜਾਣ ਵਾਲਾ ਦਿਨ ਸੀ। ਕਿ ਵਿਧਾਨ ਸਭਾ ਦੇ ਵਿੱਚ ਲੀਡਰ ਦੇ ਉੱਤੇ ਪੰਜਾਬ ਦਾ ਨੰਬਰ 1 ਵਿਅਕਤੀ ਜਿਹੜਾ ਮੁਖੀ ਹੋਵੇ ਪੰਜਾਬ ਦਾ, ਉਹਦੇ ਉੱਤੇ ਵਿਰੋਧੀ ਧਿਰ ਦਾ ਇੱਕ MLA ਇਹ ਦੋਸ਼ ਲਾਵੇ ਕਿ ਇਹ ਬੰਦਾ ਪੰਜਾਬ ਦੀ ਵਿਧਾਨ ਸਭਾ 'ਚ ਪੀ ਕੇ ਖੜਾ ਹੈ, ਪੀ ਕੇ ਬੋਲ ਰਿਹਾ, ਤਾਂ ਮਾੜਾ ਦਿਨ ਨਹੀਂ ਹੋ ਸਕਦਾ। ਜੇ ਤੁਹਾਡੇ 'ਚ ਕਣ ਵੀ ਸਰੀਰ ਦਾ ਹੁੰਦਾ, ਰੱਤੀ ਭਰ ਵੀ ਤੁਸੀਂ ਆਪਣੀ ਬਾਂਹ ਦਾ ਬਟਨ ਖੋਲਦੇ
ਤੇ ਬਾਂਹ ਅੱਗੇ ਕਰਦੇ ਕਿ ਲਾਓ ਸੂਈ, ਲਾਓ ਖੂਨ ਤੇ ਕਰਾਓ ਟੈਸਟ। ਸਹੀ ਗੱਲ ਹੈ, ਬਿਲਕੁਲ। ਪਰ ਜਿੱਦਾਂ ਹੀ ਖਹਿਰੇ ਨੇ ਸਵਾਲ ਖੜਾ ਕੀਤਾ, ਉਹਦੇ ਨਾਲ ਵਿਰੋਧੀ ਧਿਰ ਦਾ ਲੀਡਰ ਉਹਦੇ ਹੱਕ ਚ ਆ ਗਏ ਕਿ ਹਾਂ ਜੀ, ਕੱਲੇ ਜੀ ਇਹਦੀ ਕਿਉਂ ਜੀ, ਅਸੀਂ ਜਿੰਨੇ 117 ਮੈਂਬਰਾਂ ਦੀ ਵਿਧਾਨ ਸਭਾ, ਸਾਰਿਆਂ ਦਾ ਜੀ ਤੁਰੰਤ ਅਲਕੋਹਲ ਟੈਸਟ ਕਰਾਓ ਤੇ 24 ਘੰਟੇ ਦੇ ਅੰਦਰ ਅੰਦਰ ਡੋਪ ਟੈਸਟ ਵੀ ਕਰਾ ਲਓ। ਸਹੀ ਹੈ। ਬੁਲਾ ਲਓ ਪੀਜੀਆਈ, ਤੁਹਾਡੀ ਸਾਡੀ ਕਿਸੇ ਦੀ ਟੀਮ ਨਹੀਂ, ਪੀਜੀਆਈ ਤੋਂ ਟੀਮ ਬੁਲਾ ਲਓ, ਕਰਾ ਲਓ ਜਾਂਚ। ਜਦੋਂ ਇਹ ਹਗਾਮਾ ਹੋਇਆ ਤੇ ਤਦ ਮੁੱਖ ਮੰਤਰੀ ਸਾਹਿਬ ਪੱਥਰੇ ਬਚ ਗਏ, ਮੁੱਖ ਮੰਤਰੀ ਸਾਹਿਬ ਤੋਂ ਖਿਸਕ ਗਏ। ਸਹੀ ਗੱਲ ਹੈ। ਕਿਉਂ ਗਏ? ਸਵਾਲ ਹੈ। ਹੁਣ ਜੇ ਤੁਸੀਂ ਸੱਚੇ ਸੀ, ਤੁਸੀਂ ਜਾਂਦੇ ਨਾ, ਤੁਸੀਂ ਲਲਕਾਰ ਦੇ। ਸਹੀ ਹੈ। ਹੁਣ ਕੱਲ ਨੂੰ ਚਾਹੇ ਸਟੇਜਾਂ ਤੋਂ ਕਹੀ ਜਾਣ ਜੋ ਮਰਜੀ, ਪਰ ਮੌਕੇ ਤੇ ਭੱਜਣਾ, ਇਹਦਾ ਮਤਲਬ ਪਿੱਠ ਦਿਖਾਉਣਾ ਹੁੰਦਾ ਜਨਾਬ, ਇਹਦਾ ਮਤਲਬ ਕੁਝ ਗੜਬੜ ਸੀ। ਸਹੀ ਹੈ। ਉਹ ਤੋਂ ਬਾਅਦ ਇੱਕ ਤਰੀਕਾ ਤਾਂ ਇਹਨਾਂ ਦਾ ਹੈਗਾ ਕਿ ਦੂਆ ਪਾਸਾ ਦਿਖਾਉਂਦੇ ਨਹੀਂ ਗਏ। ਫਿਰ ਖਹਿਰਾ ਕਹਿੰਦਾ ਜੀ ਮੈਂ ਤਾਂ ਆਪਣੀ ਵੀਡੀਓ ਬਣਾਉਂਗਾ ਜੀ, ਉਹਨੇ ਆਪਣੇ ਪੇਜ ਪੁੱਜ ਤੇ ਪਾਤੀ। ਦੇਖੋ, ਉਹ ਵੀ ਰਾਜਨੀਤੀ ਦਾ ਸਿਰੇ ਦੀ ਕਰਦਾ। ਫਿਰ ਅਗਲਾ ਕਹਿੰਦਾ ਕਿ ਜਾਵਾਂਗੇ, ਅੱਗੇ ਤੱਕ ਜਾਵਾਂਗੇ, ਗਾਲਾਂ ਚਾਹੇ ਜਿੰਨੀਆਂ ਮਰਜ਼ੀ ਖਾਂਦਾ, ਉਹ ਵੀ ਫਿਰ ਹੈ ਨਾ। ਤੇ ਉਹਦੀ ਵੀ ਅੰਦਰ ਕਿੜਤਾ ਹੀ ਹੈ ਨਾ ਕਿ ਇਸ ਪਾਰਟੀ ਦੀ ਕਿਸੇ ਮੰਤਰੀ ਉਹਦੇ ਤੇ ਮੈਂ ਬੈਠਾ ਹੋਣਾ ਸੀ। ਨਹੀਂ, ਜੇ ਉਧਰਲੇ ਪਾਸੇ ਬੈਠਾ ਹੁੰਦਾ ਫਿਰ ਉਹਨੂੰ ਵੀ ਨਹੀਂ ਦਿਖਣਾ ਸੀ। ਇਹ ਵੀ ਹੁਣ ਉਹ ਸੱਤਾ 'ਚ ਨਹੀਂ ਆ, ਤਾਂ ਹੀ ਦਿਖ ਰਹੀਆਂ, ਬਿਲਕੁਲ ਸਹੀ। ਤੇ ਫਿਰ ਸੁਖਪਾਲ ਖਹਿਰਾ ਕਹਿੰਦਾ ਜੀ ਮੇਰੇ ਤੇ ਤਾਂ ਨਾ ਕੈਮਰਾ ਦਿਖਾਇਆ ਇਹਨਾਂ ਨੇ, ਤੇ ਨਾ ਮੇਰਾ ਮਾਈਕ ਔਨ ਸੀ, ਇਸ ਲਈ ਮੇਰੀਆਂ ਗੱਲਾਂ ਤਾਂ ਸੁਣੀਆਂ ਹੀ ਨਹੀਂ ਗਈਆਂ ਜੀ। ਕਹਿੰਦਾ ਜੀ ਤੇ ਇਹਦੀਆਂ ਹੀ ਸੁਣੀ ਗਈਆਂ, ਜਿਵੇਂ ਟੁੱਟ ਕੇ ਪੈਰੇ ਸਾਹਮਣੇ। ਕਹਿੰਦਾ ਮੈਂ ਵੀ ਕਿਹਾ ਜੀ ਕਿ ਮੈਨੂੰ ਕਹੀ ਜਾਂਦੇ ਲੱਤ ਰੱਖਣ ਨੂੰ, ਤੁਹਾਡੀ ਘਰ ਵਾਲੀ ਵੀ ਇੱਥੇ ਗੈਲਰੀ 'ਚ ਬੈਠੀ ਸੀ। ਕਹਿੰਦਾ ਫਿਰ ਕਹਿੰਦਾ ਕਿ ਉਹਦਾ ਠੀਕ ਹੋ ਗਈ ਸੀ। ਕਹਿੰਦਾ ਮੈਂ ਕਿਹਾ ਮੈਂ ਵੀ ਠੀਕ ਹੋ ਕੇ ਬਹਿ ਗਿਆ। ਕਹਿੰਦਾ ਫਿਰ ਕਹਿੰਦਾ ਫੋਨ ਵਰਤਦੇ ਆ ਜੀ, ਆਹ ਕਰਦੇ ਆ ਜੀ। ਕਹਿੰਦਾ ਅਸਲ 'ਚ ਕਿਹੜ ਕਰਦੇ ਆ ਜੀ ਮੇਰੇ ਨਾਲ ਤਾਂ। ਫਿਰ ਕੁੜੀ ਵਾਲਾ ਕਹਿੰਦਾ ਗੱਲ ਉਹੀ ਰੌਲਾ ਪਾ ਲਿਆ ਜੀ। ਕਹਿੰਦਾ ਦੱਸੋ ਜੀ, ਉਹਦਾ ਜਵਾਬ ਨਹੀਂ ਸਹੀ ਦਿੰਦਾ ਜੀ। ਮਤਲਬ ਉਹਨੇ ਆਪਣੀ ਸਫਾਈ ਦੇਣ ਦੀ ਆਪਣੇ ਪੇਜ ਦੇ ਉੱਤੇ ਜਾ ਕੇ ਪੋਸਟ ਪਾ ਕੇ ਕੋਸ਼ਿਸ਼ ਕੀਤੀ ਜੀ। ਪਰ ਸਵਾਲ ਵੱਡਾ ਇਹ ਆ ਕਿ ਕੀ ਇਹ ਘਟਨਾਕ੍ਰਮ ਇਸ ਤਰ੍ਹਾਂ ਦਾ ਪੰਜਾਬ ਦੀ ਵਿਧਾਨ ਸਭਾ 'ਚ ਪਹਿਲੀ ਵਾਰ ਵਾਪਰਿਆ? ਸਹੀ ਹੈ, ਬਿਲਕੁਲ ਇਹੀ ਸਵਾਲ। ਜਦੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸੀਆਂ ਨੇ ਅੰਦਰ ਰਹਿਣ ਦਾ ਇਰਾਦਾ ਕੀਤਾ ਕਿ ਅਸੀਂ ਜੀ 2-3 ਰਾਤਾਂ ਅੰਦਰ ਕੱਟਾਂਗੇ, ਸਰਕਾਰ ਨੂੰ ਘੇਰਾਂਗੇ ਜੀ, ਤੇ ਇਸ ਤਰੀਕੇ ਨਾਲ। ਤਾਂ ਸਵੇਰ ਨੂੰ 2-3 ਰਾਤਾਂ ਤੋਂ ਬਾਅਦ ਅਕਾਲੀ ਦਲ, ਬੀਜੇਪੀ ਦੇ ਲੀਡਰਾਂ ਨੇ ਜਾਂ ਇਸ ਬਹਾਨੇ ਕਿ ਉੱਥੋਂ ਦੇ ਮੁਲਾਜ਼ਮਾਂ, ਸਫਾਈ ਕਰਮੀਆਂ ਨੇ ਸਾਹਮਣੇ ਲਿਆਂਦਾ ਜੀ ਕਿ ਰਾਤਾਂ ਕੱਟਦੇ ਸੀ, ਇਹਨਾਂ ਕੋਲੋਂ ਖਾਲੀ ਦਾਰੂ ਦੀਆਂ ਬੋਤਲਾਂ ਮਿਲੀਆਂ ਜੀ ਜਿੱਥੇ ਰਹਿੰਦੇ ਸੌਂਦੇ ਸੀ ਜੀ। ਤੁਸੀਂ ਇਹ ਦੇਖੋ ਕਿ ਉਸ ਖਾਲੀ ਬੋਤਲਾਂ ਦੇ ਹਵਾਲੇ ਨਾਲ ਮਿਲੀਆਂ, ਨਹੀਂ ਮਿਲੀਆਂ, ਪੀਤੀਆਂ ਸੀ, ਨਹੀਂ ਪੀਤੀਆਂ, ਦੇਖੀਆਂ ਸੀ, ਕਿਸੇ ਨਹੀਂ ਦੇਖੀਆਂ, ਇੱਕ ਨਰੇਟਿਵ ਖੜਾ ਹੋਇਆ ਜਿਹੜਾ ਕਾਂਗਰਸ ਦੀ ਨਵੋਸ਼ੀ ਦਾ ਕਾਰਨ ਬਣਿਆ। ਸਹੀ ਹੈ। ਹੁਣ ਇਹਦੇ ਵਿੱਚ ਤਾਂ ਕੋਈ ਇਨਕੁਆਇਰੀ ਨਹੀਂ ਹੋਈ, ਕੁਝ ਨਹੀਂ ਹੋਇਆ। ਉਹ ਕਹਿੰਦੇ ਅਸੀਂ ਪੀਤੀ ਨਹੀਂ, ਅਸੀਂ ਲਿਆ ਹੀ ਨਹੀਂ, ਇਹ ਕਹਿੰਦੇ ਪੀਤੀ ਆ, ਲਿਆਂਦੀਆਂ। ਪਰ ਇੱਕ ਵਾਰ ਜਿਹੜੀ ਚੀਜ਼ ਖੜੀ ਹੋ ਗਈ ਰਾਜਨੀਤੀ ਦੇ ਵਿੱਚ, ਉਹ ਫਿਰ ਟੁੱਟਦੀ ਨਹੀਂ ਹੁੰਦੀ। ਸਹੀ ਹੈ। ਇਹ ਤਾਂ ਚਲੋ ਹੋ ਗਿਆ ਜੀ ਦ੍ਰਿਸ਼ ਨੂੰ ਘੜਨ ਦੀ ਪੋਜੀਸ਼ਨ। ਪਰ ਇੱਕ ਉਹ ਦ੍ਰਿਸ਼ ਜਿਹੜਾ ਹਕੀਕਤ 'ਚ ਵਾਪਰਿਆ ਤੇ ਸਭ ਨੇ ਦੇਖਿਆ, ਉਹ ਸੀ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਇੱਕੋ ਇੱਕ ਪੰਜਾਬ ਦਾ ਅਜਿਹਾ ਲੀਡਰ ਹੁੰਦਾ ਹੈ ਕਿ ਜਿਹਦੀਆਂ ਗਲਤੀਆਂ ਨੂੰ ਵੀ ਲੋਕ ਐਂ ਚਟਕਾਰੇ ਲੈ ਕੇ ਮਾਣਦੇ ਨੇ ਕਿ ਲੈ ਵੀ ਰਾਜੇ ਮਹਾਰਾਜੇ ਤਾਂ ਹੀ ਕਰਦੇ ਹੁੰਦੇ ਨੇ। ਸਹੀ। ਉਹ ਸ਼ਰਾਬ ਨੂੰ ਵੀ ਆਪਣੀ ਨੂੰ ਜਾਇਜ਼ ਠਹਿਰਾਉਂਦਾ ਤੇ ਉਹ ਆਪਣੇ ਯਾਰਾਨੇ ਨੂੰ ਵੀ ਜਾਇਜ਼ ਠਹਿਰਾਉਂਦਾ ਜੀ। ਉਹ ਕਹਿੰਦਾ ਹਾਂ ਰੂਸਾ ਸਹੇਲੀ ਹੈ ਤਾਂ ਹੈ। ਰੂਸਾ ਵੀ ਕਹਿੰਦੀਆਂ ਹਾਂ, ਪ੍ਰੈਸ ਕਾਨਫਰੰਸ ਤੱਕ ਕੀਤੀਆਂ ਗਈਆਂ, ਮਤਲਬ ਪਾਰਟੀਆਂ ਦੀਆਂ ਵੀਡੀਓ ਸਭ ਦੇਖਦੇ, ਸਾਰਾ ਕੁਝ ਦਿਖਦਾ ਜੀ। ਸਹੀ ਹੈ। ਪਰ ਇੱਥੋਂ ਤੱਕ ਤਾਂ ਵੱਖਰਾ ਸਵਾਲ ਆ। ਪਰ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਸਿੰਘ ਦਾ ਜਦੋਂ 2002 ਤੋਂ 2007 ਵਾਲਾ ਟਰਮ ਸੀ, ਪਹਿਲੀ ਵਾਰ ਮੁੱਖ ਮੰਤਰੀ ਦਾ ਟਰਮ, ਉਸ ਸਮੇਂ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਸਰਕਾਰੀ ਦੌਰੇ ਤੇ ਸੀ। ਸਰਕਾਰੀ ਦੌਰੇ ਤੇ ਹੁੰਦਿਆਂ ਇਹ ਨੰਗਲ ਰੁਕਦੇ ਨੇ, ਸ਼ਾਮ ਪੈਂਦੀ ਹੈ, NFL ਦਾ VIP ਗੈਸਟ ਹਾਊਸ ਖਲਾਇਆ ਜਾਂਦਾ। ਉਸ VIP ਗੈਸਟ ਹਾਊਸ ਦੇ ਵਿੱਚ ਅਮਰਿੰਦਰ ਸਿੰਘ ਦੇ ਨਾਲ ਕਈ ਅਫਸਰ, ਇੱਕ ਦੋ ਹੋਰ ਇਹਨਾਂ ਦੇ ਸਾਥੀ ਸੀ, ਤੇ ਉੱਥੇ ਮਹਿਲਾ DC ਸੀ ਜਿਹੜੀ ਰੋਪੜ ਦੀ ਉਸ ਸਮੇਂ ਦੀ, ਉਹ ਸੀ, ਮੈਂ ਨਾਂ ਵੀ ਦੱਸ ਸਕਦਾ, ਮੈਂ ਕਹਿੰਦਾ ਕਾਹਨੂੰ ਨਾਮ ਲੈਣਾ ਬੀਬੀ ਦਾ ਵਿਚਾਰੀ ਦਾ, ਪਰ ਆਨਲਾਈਨ ਤੁਸੀਂ ਜਾ ਕੇ ਦੇਖੋ ਸਾਰਾ ਕੁਝ ਪਤਾ ਲੱਗ ਜੂਗਾ। ਉਹ ਮਹਿਲਾ DC ਕਹਿੰਦੀ ਰਹੀ ਕਿ ਸਾਹਿਬ ਮੈਂ ਜਾਵਾਂ, ਮੇਰੀ ਸਰਕਾਰੀ ਡਿਊਟੀ ਖਤਮ ਹੋ ਗਈ, ਤੁਸੀਂ ਆਪਣਾ ਬੈਠਣਾ ਬੈਠ ਲਓ ਜੀ। ਨਾ, CM ਬੈਠਾ ਤਾਂ ਤੈਨੂੰ ਬੈਠਣਾ ਪਊ। ਤੇ ਉਹਦੀ ਹਾਜ਼ਰੀ 'ਚ ਜਨਾਬ ਨੇ ਪੈਗ ਲਾਏ, ਆਈ
ਮਤਲਬ ਉਸ ਚੀਜ਼ ਨੇ ਅਮਰਿੰਦਰ ਦੀ ਬਦਨਾਮੀ ਕਰਾਈ, ਜਿਹਨੂੰ ਕਿਹਾ ਜਾਂਦਾ ਕਿ ਇਹ ਤਾਂ ਐਂ ਕਰਦੇ ਨੇ, ਐਂ ਸਹੀ ਹੈ ਕਰਦੇ ਨੇ। ਇੱਕ ਔਰਤ ਦੀ ਹਾਜ਼ਰੀ ਦੇ ਵਿੱਚ, ਜੇ ਔਰਤ ਨਾ ਹੁੰਦੀ ਤਾਂ ਲੋਕਾਂ ਨੇ ਉਹਨੂੰ ਵੀ ਪ੍ਰਵਾਨ ਕਰਨ ਦੀ ਕੋਈ ਚੱਕਰ ਨਹੀਂ। ਤੇ ਸਾਰੀ ਲਾ ਲੈਂਦੇ ਆ ਜੀ, ਜਿਹੜੇ ਪੀਂਦੇ ਆ ਪੰਜਾਬ 'ਚ ਕੌਣ ਨਹੀਂ ਪੀਂਦਾ ਜੀ, ਕਿਹੜਾ ਨਹੀਂ ਕਰਦਾ ਜੀ, ਵਿਆਹਾਂ 'ਚ ਨਹੀਂ ਚੱਲਦੀ ਜੀ, ਆਪਣੇ ਘਰਾਂ 'ਚ ਨਹੀਂ ਚੱਲਦੀ ਜੀ, ਸੱਭਿਆਚਾਰ ਹੈ ਜੀ, ਬਣਾ ਲਓ ਸ਼ਰਾਬ ਨੂੰ ਤਾਂ ਜੋ ਮਰਜੀ। ਪਰ ਇੱਕ ਮਹਿਲਾ ਡੀਸੀ ਦੀ ਹਾਜ਼ਰੀ ਦੇ ਵਿੱਚ ਉਸਨੇ ਅਮਰਿੰਦਰ ਦੀ ਬਦਨਾਮੀ ਕਰਾਈ। ਬਿਲਕੁਲ ਕਰਾਈ। ਹੁਣ ਆਹ ਤੀਜੀ ਘਟਨਾ ਉਸ ਤੋਂ ਅਗਾਂਹ ਦੀ ਹੈ, ਕਿਉਂਕਿ ਇਹ ਤਾਂ ਵਿਧਾਨ ਸਭਾ ਦੇ ਅੰਦਰ ਖੜੇ ਮੁਖੀ ਦੇ ਉੱਤੇ ਉਂਗਲ ਚੱਕ ਕੇ ਕਿਹਾ ਗਿਆ ਕਿ ਪੀ ਕੇ ਆਇਆ। ਤੇ ਇਹਦਾ ਹੱਲ ਅਲਕੋਹਲ ਟੈਸਟ, ਫੂਕ ਮਰਾ ਲੈਂਦੇ, ਹੋਰ ਨਹੀਂ ਕੁਝ ਜੀ। ਬਾਕੀ ਟੈਸਟ ਦੀਆਂ ਗੱਲਾਂ ਛੱਡੋ, ਬਸ ਸਿਕਿਉਰਿਟੀ ਖੜੇ ਹੋਣਗੇ ਟ੍ਰੈਫਿਕ ਪੁਲਿਸ ਵਾਲੇ, ਚੰਡੀਗੜ੍ਹ ਪੁਲਿਸ, ਉਹਨਾਂ ਨੂੰ ਬੁਲਾ ਕੇ ਕਿਤੋਂ ਫੂਕ ਮਰਾ ਲੈਂਦੇ, ਮਸ਼ੀਨੇ ਮਿਲਾ ਲੈਂਦੇ, ਕਿਤੋਂ ਮੰਗਾ ਲੈਂਦੇ, ਮੰਗਾ ਕੇ ਦੇਖ ਲੈਂਦੇ, 117 ਦੀਆਂ ਫੂਕਾਂ ਮਰਾ ਲੈਂਦੇ, ਜਿੰਨੇ ਹਾਜ਼ਰ ਸੀ ਉਹਨੇ ਮੈਂਬਰਾਂ ਦੀਆਂ। ਸੋ ਇਹ ਆਪਣੇ ਆਪ ਦੇ ਵਿੱਚ ਨਮੋਸ਼ੀ ਵਾਲੇ ਪਲ ਨੇ ਜੀ। ਪਰ ਜਦੋਂ ਹਗਾਮਾ ਹੋ ਗਿਆ ਤੇ ਸੈਸ਼ਨ ਕੁਝ ਸਮੇਂ ਲਈ ਚੱਕਤਾ, ਤੇ ਉਹ ਤੋਂ ਬਾਅਦ ਕੁਝ ਖਾਸੀ ਦੇਰ ਬਾਅਦ ਜਦੋਂ 3 ਵਜੇ ਸ਼ਾਇਦ ਦੁਬਾਰਾ ਸ਼ੁਰੂ ਹੁੰਦਾ, ਸਾਰੀ ਪ੍ਰਕਿਰਿਆ ਹੁੰਦੀ ਹੈ, ਤੇ ਫਿਰ ਮੁੱਖ ਮੰਤਰੀ ਨਹਾਤੇ ਧੋਤੇ ਜੇ ਨਜ਼ਰ ਆਏ। ਚਿਹਰਾ ਮੋਹਰਾ ਵੀ ਸਵਰਿਆ ਸੀ, ਪੱਗ ਦਾ ਤਰੀਕਾ ਵੀ ਬਦਲਿਆ ਸੀ, ਜਿਵੇਂ ਢੱਠੀ ਪੱਗ ਦੁਬਾਰਾ ਬੰਨੀ ਹੋਵੇ ਜਾਂ ਬਣਾਈ। ਵੈਸੇ ਇਹ ਵੀ ਕਹਿੰਦੇ ਲੋਕ ਕਿ ਬਣਾਉਣ ਵਾਲਾ ਬੰਦਾ ਵੀ ਰੱਖਿਆ, ਪਿਛਲੇ ਦਿਨਾਂ 'ਚੋਂ ਬੰਦਾ ਵੀ ਛੱਡ ਗਿਆ ਸੀ, ਫਿਰ ਪੱਗ ਦਾ ਡਿਜ਼ਾਈਨ ਬਦਲ ਗਿਆ ਸੀ, ਹੁਣ ਫਿਰ ਥੋੜੀ ਠੀਕ ਹੋ ਗਈ। ਲੋਕ ਇੱਥੋਂ ਤੱਕ ਗੱਲਾਂ ਕਰਦੇ, ਜਾਂ ਤਾਂ ਫਿਰ ਜਾ ਕੇ ਸਾਹਮਣੇ ਪੱਖ ਰੱਖ ਦੋ ਆਪਣਾ। ਸੋ ਇਹ ਸਾਰੀ ਪ੍ਰਕਿਰਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ, ਆਮ ਆਦਮੀ ਪਾਰਟੀ ਦੀ ਟੋਟਲੀ ਜਿੰਨੀ ਕੁ ਬਣੀ ਸੀ ਉਹ ਮਿੱਟੀ 'ਚ ਰੋੜਤੀ ਜੀ। ਤੇ ਇਹਦਾ ਅਸਰ ਦੂਰ ਤੱਕ ਤੇ ਸਦਾ ਰਹਿਣਾ। ਤੁਸੀਂ ਰਾਜਨੀਤੀ 'ਚੋਂ ਲਾਂਭੇ ਹੋ ਜਿਓ, ਛੱਡ ਜਿਓ, ਤੁਹਾਡੀ ਕੀਤੀ ਗਲਤੀ ਤੁਹਾਡੀਆਂ ਪੀੜ੍ਹੀਆਂ ਤੱਕ ਨੂੰ ਸੁਣਨ ਨੂੰ ਮਿਲਣੀ ਹੈ, ਜਵਾਕਾਂ ਤੱਕ ਨੂੰ ਸੁਣਨ ਨੂੰ ਮਿਲਣੀ ਹੈ, ਅੱਗੇ ਦਾਤੀਆਂ ਪੋਤੀਆਂ ਤੱਕ, ਪਤਾ ਨਹੀਂ ਕਿੰਨੀਆਂ ਪੁਸਤਾਂ ਤੱਕ ਜਾਣੀ ਹੈ ਕਹਾਣੀ ਹੁਣ। ਸੋ ਇਹ ਅਫਸੋਸ ਹੈ ਜਨਾਬ, ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ, ਔਰ ਇਹ ਤਾਂ ਪਵਿੱਤਰ ਸਦਨ ਸੀ, ਤੁਸੀਂ ਇਹ ਤਾਂ ਛੱਡ ਲੈਂਦੇ ਜੇ ਸੱਚਮੁੱਚ ਚਕਾਰਾ ਕੀਤਾ। ਜੇ ਨਹੀਂ ਕੀਤਾ ਤਾਂ ਖੜ ਕੇ ਉੱਥੇ ਡੋਪ ਟੈਸਟ ਕਰਾਉਂਦੇ। ਫਿਰ ਚੁਣੌਤੀ ਸਵੀਕਾਰ ਸਾਹਿਬ ਉਹ ਤੋਂ ਸਿਰਾ ਸੀ, ਲਿਖ ਕੇ ਵੀ ਦੇਤਾ ਵਿਰੋਧੀ ਧਿਰ ਨੇ, ਹੈ ਨਾ। ਨਹੀਂ ਇਹਦੀ ਕੀ ਲੋੜ ਹੈ ਜੀ, ਇਹ ਤਾਂ ਮਤਲਬ ਨਹੀਂ ਬਣਦਾ ਜੀ ਮੈਂ ਇਹਨੂੰ ਖਾਰਜ ਕਰਨਾ, ਕਿਉਂਕਿ ਤੁਸੀਂ ਕੇਜਰੀਵਾਲ ਤੋਂ ਪੁੱਛੇ ਬਿਨਾਂ ਤਾਂ ਡਿੰਗ ਨਹੀਂ ਪੁੱਟ ਸਕਦੇ ਜੀ। ਤੇ ਇਸ ਲਈ ਫਿਰ ਤੁਸੀਂ ਜੇ ਸੱਤਾਧਾਰੀ ਧਿਰ ਤੋਂ ਖੜੀ ਸੀ, ਕਿਵੇਂ ਜਾਂਚ ਕਰਾ ਲੈਂਦੇ। ਪਰ ਅਫਸੋਸ ਜਿਹੜੀਆਂ ਬੀਬੀਆਂ ਬਾਂਕੜੀਆਂ ਕਰਕੇ ਮਹਿਲਾਵਾਂ ਦੇ ਸਨਮਾਨ ਦੀਆਂ ਗੱਲਾਂ ਕਰਦੀਆਂ, ਕੁਝ ਗੱਲਾਂ ਕਰਦੀਆਂ, ਹੈ ਨਾ, ਉਹਨਾਂ ਤੋਂ ਵੀ ਨਹੀਂ ਕੱਲ ਦਮ ਭਰ ਹੋਇਆ। ਕੱਲ ਦਾ ਦਿਨ ਬਹੁਤ ਅਫਸੋਸਜਨਕ ਦਿਨ ਸੀ ਜੀ। ਬਿਲਕੁਲ, ਚੁਣੌਤੀ ਸਵੀਕਾਰ ਕਰਦੇ ਤੇ ਅੱਜ ਆਪਾਂ ਇਸ ਪੱਖ ਤੋਂ ਚਰਚਾ ਹੀ ਨਾ ਹੁੰਦੀ। ਅੱਜ ਤਾਂ ਫਿਰ ਉਹਨਾਂ ਦੀ ਚੁਣੌਤੀ ਜਿਹੜੀ ਸਵੀਕਾਰ ਕਰਨ ਦਾ ਤਰੀਕਾ ਹੁੰਦਾ, ਜਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਦੇ ਆਪ ਨੂੰ ਕਲੀਨ ਚਿੱਟ ਦਵਾ ਲੈਂਦੇ, ਤਾਂ ਲੋਕਾਂ ਨੇ ਵੀ ਦੇ ਦੇਣੀ ਸੀਗੀ। ਅਗਲੀ